ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨਕੇ ਪੰਜਾਬੀ ਕਹਾਣੀਆਂ 'ਤੇ। ਮੈਂ ਕੈਨੇਡਾ ਵਰਗੇ ਦੇਸ਼ 'ਚ ਜੇਲ੍ਹ 'ਚ ਜੇਲਰ ਸੀ ਤੇ ਜ਼ਿਆਦਾਤਰ ਜੇਲ੍ਹ 'ਚ ਮੇਰੀ ਨਾਈਟ ਡਿਊਟੀ ਲੱਗਦੀ ਸੀ। ਇੱਕ ਰਾਤ ਇੱਕ ਮੁਲਜ਼ਮ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਤੇ ਬੋਲੀ ਕਿ ਮੇਰੇ ਬੱਚੇ ਨੂੰ ਤੁਸੀਂ ਰੱਖ ਲਓ, ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਜੇਲ੍ਹ 'ਚ ਉਸਦਾ ਬੱਚਾ ਰਹੇ। ਮੈਂ ਬੇਔਲਾਦ ਸੀ, ਜਿਸ ਕਰਕੇ ਉਸ ਬੱਚੇ ਨੂੰ ਲੁਕਾ ਕੇ ਘਰ ਲਿਆਈ। ਪਰ ਬੱਚੇ ਦੀ ਸ਼ਕਲ ਦੇਖ ਕੇ ਮੇਰਾ ਪਤੀ ਰੋਣ ਲੱਗਿਆ ਤੇ ਬੋਲਿਆ ਕਿ ਜਲਦੀ ਦੇਣੇ ਉਸ ਬੱਚੇ ਨੂੰ ਉਸਦੀ ਮਾਂ ਕੋਲ ਛੱਡਾਂ। ਮੈਂ ਮਜਬੂਰ ਹੋ ਕੇ ਵਾਪਸ ਜੇਲ੍ਹ ਗਈ ਤਾਂ ਮੇਰੇ ਸਿਰ ਤੇ ਅਸਮਾਨ ਟੁੱਟ ਪਿਆ ਜਦੋਂ ਦੇਖਿਆ ਕਿ ਉਸਦੀ ਮਾਂ ਤਾਂ। ਮੇਰਾ ਨਾਂ ਹਰਪ੍ਰੀਤ ਕੌਰ ਹੈ। ਮੇਰੀ ਜ਼ਿੰਦਗੀ ਦੀ ਕਹਾਣੀ ਅਜੀਬੋ-ਗਰੀਬ ਹੈ। ਮੇਰੀ ਜ਼ਿੰਦਗੀ 'ਚ ਮੇਰਾ ਬਚਪਨ, ਜਵਾਨੀ ਤੇ ਉਮਰ ਦਾ ਇਹ ਹਿੱਸਾ ਬਾਕੀ ਲੜਕੀਆਂ ਨਾਲੋਂ ਬਹੁਤ ਵੱਖਰਾ ਹੈ। ਇਸ ਲਈ ਮੈਂ ਆਪਣੀ ਕਹਾਣੀ ਅੱਜ ਤੁਹਾਡੇ ਸਾਰਿਆਂ ਨੂੰ ਸੁਣਾਉਣ ਜਾ ਰਹੀ ਹਾਂ। ਸ਼ੁਰੂਆਤ ਆਪਣੇ ਮਾਤਾ ਪਿਤਾ ਦੀ ਜ਼ਿੰਦਗੀ ਤੋਂ ਕਰਾਂਗੀ। ਮੇਰੇ ਪਿਤਾ ਪੰਜਾਬ ਤੋਂ ਕਾਰੋਬਾਰ ਦੇ ਸਿਲਸਿਲੇ 'ਚ ਕੈਨੇਡਾ ਗਏ ਸਨ। ਉਹਨਾਂ ਉੱਥੇ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਗੁਜ਼ਾਰੇ ਤੇ ਉੱਥੇ ਹੀ ਮਾਂ ਨਾਲ ਉਹਨਾਂ ਦਾ ਵਿਆਹ ਵੀ ਹੋਇਆ। ਮੇਰੀ ਮਾਂ ਕੈਨੇਡਾ ਦੀ ਇੱਕ ਬਹੁਤ ਖੂਬਸੂਰਤ ਔਰਤ ਸੀ ਤੇ ਮੇਰੇ ਪਿਤਾ ਕੋਲ ਬਹੁਤ ਸਾਰੀ ਦੌਲਤ ਸੀ। ਦੋਵਾਂ ਦੀ ਜੋੜੀ ਜਿਵੇਂ ਚੰਨ ਚਕੋਰ ਵਰਗੀ ਸੀ। ਉਹਨਾਂ ਦੇ ਵਿਆਹ ਦੇ ਸ਼ੁਰੂ ਦੇ ਦਿਨਾਂ ਤਾਂ ਬਹੁਤ ਚੰਗੀ ਤਰ੍ਹਾਂ ਲੰਘੇ ਸਨ। ਪਹਿਲੇ ਸਾਲ ਮਾਂ ਗਰਭਵਤੀ ਹੋਈ ਤੇ ਅਸੀਂ ਜੁੜਵਾ ਭੈਣ ਭਰਾ ਮਾਂ ਦੀ ਕੁੱਖ 'ਚ ਪਲਣ ਲੱਗੇ। ਇਸ ਦੌਰਾਨ ਪਿਤਾ ਜੀ ਨੇ ਆਪਣੇ ਦੇਸ਼ ਜਾਣ ਦਾ ਫੈਸਲਾ ਕੀਤਾ ਤਾਂ ਅਸੀਂ ਪੰਜਾਬ ਆ ਗਏ। ਪੰਜਾਬ ਸਾਨੂੰ ਰਾਸ ਨਹੀਂ ਆਇਆ। ਇੱਥੇ ਆ ਕੇ ਪਿਤਾ ਜੀ ਨੇ ਇੱਥੇ ਕਾਰੋਬਾਰ ਸ਼ੁਰੂ ਕੀਤਾ, ਪਰ ਦਿਨ ਬ ਦਿਨ ਕਾਰੋਬਾਰ 'ਚ ਨੁਕਸਾਨ ਹੀ ਹੁੰਦਾ ਗਿਆ। ਇਹ ਨੁਕਸਾਨ ਪਿਤਾ ਜੀ ਦੇ ਲਈ ਜਾਨਲੇਵਾ ਹੋਇਆ ਤੇ ਇੱਕ ਦਿਨ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਇਸ ਦੁਨੀਆ ਤੋਂ ਚਲੇ ਗਏ। ਉਸ ਸਮੇਂ ਮੇਰੇ ਭਰਾ ਦੀ ਉਮਰ ਸਿਰਫ 6 ਮਹੀਨੇ ਦੀ ਸੀ। ਪਿਤਾ ਜੀ ਮੌਤ ਤੋਂ ਬਾਅਦ ਮਾਂ ਦਾ ਇੱਥੇ ਕੋਈ ਨਹੀਂ ਸੀ। ਸਹੁਰੇ ਵੀ ਸਿਰਫ ਨਾਂ ਦੇ ਹੀ ਸਨ। ਇਸ ਲਈ ਮਾਂ ਨੇ ਵਾਪਸ ਕੈਨੇਡਾ ਜਾਣ ਦਾ ਫੈਸਲਾ ਕੀਤਾ। ਉਹਨਾਂ ਦੇ ਪੇਕੇ ਤੋਂ ਵੀ ਉਹਨਾਂ ਦੇ ਭਰਾ ਉਹਨਾਂ ਨੂੰ ਲੈਣ ਆਏ, ਪਰ ਮੇਰੀ ਮਾਂ ਨੇ ਉਹਨਾਂ ਨਾਲ ਜਾਣਾ ਚੰਗਾ ਨਾ ਸਮਝਿਆ। ਪਰ ਬਿਲਕੁਲ ਜਾਣ ਦੇ ਸਮੇਂ ਹੀ ਮੇਰੀ ਦਾਦੀ ਨੇ ਉਹਨਾਂ ਤੋਂ ਸਾਨੂੰ ਭੈਣ ਭਰਾਵਾਂ ਨੂੰ ਆਪਣੇ ਬੇਟੇ ਦੀ ਆਖਰੀ ਨਿਸ਼ਾਨੀ ਖੋਹ ਲਿਆ। ਫਿਰ ਮਾਂ ਦੇ ਪੇਕੇ ਵਾਲਿਆਂ ਨੂੰ ਵੀ ਇਹੀ ਗੱਲ ਸਹੀ ਲੱਗੀ ਕਿ ਅਜੇ ਜਵਾਨ ਲੜਕੀ ਹੈ, ਜੇਕਰ ਬੱਚੇ ਨਾਲ ਰਹਿਣਗੇ ਤਾਂ ਦੂਜਾ ਵਿਆਹ ਨਹੀਂ ਹੋ ਸਕੇਗਾ। ਇਸ ਲਈ ਬੱਚੇ ਆਪਣੇ ਖਾਨਦਾਨ ਵਾਲਿਆਂ ਦੇ ਹੀ ਕੋਲ ਰਹਿਣ। ਤੇ ਫਿਰ ਸਾਡੀ ਮਾਂ ਤੇ ਸਾਨੂੰ ਦੋਵੇਂ ਭੈਣ ਭਰਾਵਾਂ ਨੂੰ ਰੋਂਦਿਆਂ ਨੂੰ ਇੱਕ ਦੂਜੇ ਤੋਂ ਵੱਖ ਕਰ ਦਿੱਤਾ। ਮੇਰੀ ਮਾਂ ਕੈਨੇਡਾ ਵਾਪਸ ਚਲੀ ਗਈ ਤੇ ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਇੱਥੇ ਦਾਦੀ ਦੇ ਰਹਿਮੋ ਕਰਮ ਤੇ ਛੱਡ ਗਈ। ਕੁਝ ਸਮਾਂ ਤਾਂ ਮੇਰੀ ਦਾਦੀ ਨੇ ਸਾਨੂੰ ਪਾਲਿਆ, ਪਰ ਸਾਡੇ 5 ਸਾਲ ਦੀ ਉਮਰ ਨੂੰ ਪਹੁੰਚਦੇ ਹੀ ਦਾਦੀ ਵੀ ਪੂਰੀ ਹੋ ਗਈ। ਫਿਰ ਅਸੀਂ ਚਾਚਾ ਚਾਚੀ ਦੇ ਹੱਥ ਆ ਗਏ। ਹੁਣ ਤਾਂ ਸਾਡੀ ਜ਼ਿੰਦਗੀ ਨਰਕ ਵਰਗੀ ਹੋ ਗਈ ਸੀ ਤੇ ਬਚਪਨ ਗੁਆਚ ਜਿਹਾ ਗਿਆ। ਸਾਡੀਆਂ ਅੱਖਾਂ ਸਾਹਮਣੇ ਸਾਰੇ ਘਰ ਦੇ ਬੱਚੇ ਖੇਡਦੇ ਰਹਿੰਦੇ, ਪਰ ਅਸੀਂ ਦੋਵੇਂ ਭੈਣ ਭਰਾ ਤਰਸਦੇ ਹੋਏ ਉਹਨਾਂ ਨੂੰ ਦੇਖਦੇ ਰਹਿੰਦੇ। ਸਾਨੂੰ ਖੇਡਣ ਦੀ ਇਜਾਜ਼ਤ ਨਹੀਂ ਸੀ। ਸਾਨੂੰ ਦੋਵਾਂ ਨੂੰ ਪਾਉਣ ਨੂੰ ਪੁਰਾਣੇ ਕੱਪੜੇ ਹੀ ਮਿਲਦੇ ਸਨ, ਕਿਉਂਕਿ ਮੇਰੇ ਚਾਚਾ ਚਾਚੀ ਦੇ ਇੱਕ ਬੇਟਾ ਹੋਇਆ ਸੀ ਜੋ ਕਿ ਮਰ ਗਿਆ ਸੀ ਤੇ ਹੁਣ ਸਿਰਫ ਇੱਕ ਹੀ ਔਲਾਦ ਸੀ ਤੇ ਉਹ ਵੀ ਬੇਟੀ ਸੀ। ਮੇਰੀ ਚਾਚੀ ਨੇ ਆਪਣੇ ਭਰਾ ਤੋਂ ਇੱਕ ਬੇਟਾ ਗੋਦ ਲਿਆ ਸੀ, ਪਰ ਉਹ ਵੀ ਜਦੋਂ 10-12 ਸਾਲ ਦਾ ਹੋਇਆ ਤਾਂ ਆਪਣੇ ਪਿਤਾ ਕੋਲ ਵਾਪਸ ਚਲਾ ਗਿਆ। ਅਸੀਂ ਦੋਵੇਂ ਭੈਣ ਭਰਾ ਵੀ ਜਵਾਨੀ ਵੱਲ ਵੱਧ ਰਹੇ ਸਨ। ਚਾਚੀ ਦੀ ਲੜਕੀ ਦੀ ਲਗਭਗ ਸਾਡੀ ਹੀ ਉਮਰ ਦੀ ਸੀ। ਇਸੇ ਦੌਰਾਨ ਚਾਚਾ ਚਾਚੀ ਨੇ ਮੇਰੇ ਭਰਾ ਦੇ ਸਿਰ ਤੇ ਪਿਆਰ ਦਾ ਹੱਥ ਰੱਖ ਲਿਆ, ਕਿਉਂਕਿ ਚਾਚਾ ਚਾਚੀ ਹੁਣ ਉਮਰ ਦੇ ਇਸ ਮੋੜ ਤੇ ਸਨ ਜਦੋਂ ਉਹਨਾਂ ਨੂੰ ਆਪਣੇ ਲਈ ਵੀ ਕੋਈ ਸਹਾਰਾ ਚਾਹੀਦਾ ਸੀ ਤੇ ਭਰਾ ਦੇ ਸਿਰ ਤੇ ਹੱਥ ਰੱਖਣ ਦਾ ਕਾਰਨ ਉਹਨਾਂ ਦਾ ਬੁਢਾਪਾ ਸੀ। ਚਾਚਾ ਚਾਚੀ ਨੇ ਸਾਨੂੰ ਦੋਵਾਂ ਨੂੰ ਪਾਲਣਾ ਸ਼ੁਰੂ ਕੀਤਾ। ਸਾਡਾ ਸਕੂਲ ਜੋ ਉਹਨਾਂ ਨੇ ਪਹਿਲਾਂ ਛੁਡਵਾ ਦਿੱਤਾ ਸੀ, ਹੁਣ ਫਿਰ ਤੋਂ ਸ਼ੁਰੂ ਹੋ ਗਿਆ। ਅਸੀਂ ਦੋਵੇਂ ਭੈਣ ਭਰਾ ਆਪਣੀ ਮਾਂ ਤੇ
ਗਏ ਹੋਣ ਕਾਰਨ ਆਪਣੇ ਸਾਰੇ ਰਿਸ਼ਤੇਦਾਰਾਂ 'ਚੋਂ ਵੱਖਰੇ ਹੀ ਦਿਸਦੇ ਸੀ ਤੇ ਹੁਣ ਸਾਡੀ ਕਦਰ ਵੀ ਵਧਣ ਲੱਗੀ ਸੀ। ਹੁਣ ਉਹ ਮੇਰੇ ਭਰਾ ਦਾ ਬਹੁਤ ਜ਼ਿਆਦਾ ਖਿਆਲ ਰੱਖਣ ਲੱਗੇ ਸਨ, ਜਿਸ ਕਰਕੇ ਭਰਾ ਮੇਰੇ ਤੋਂ ਵੀ ਜ਼ਿਆਦਾ ਉਹਨਾਂ ਨਾਲ ਹੀ ਗੱਲਬਾਤ ਕਰਦਾ। ਮੈਂ ਖੁਦ ਨੂੰ ਇਕੱਲਾ ਮਹਿਸੂਸ ਕਰਨ ਲੱਗੀ ਸੀ, ਕਿਉਂਕਿ ਮੇਰਾ ਤਾਂ ਪਹਿਲਾਂ ਵਾਲਾ ਹੀ ਹਾਲ ਸੀ ਤੇ ਘਰ ਦਾ ਸਾਰਾ ਕੰਮ ਮੇਰੇ ਸਿਰ ਤੇ ਹੀ ਸੀ। ਪਹਿਲਾਂ ਪੜ੍ਹਨ ਕਾਲਜ ਜਾਂਦੀ ਤੇ ਜਦ ਘਰ ਆਉਂਦੀ ਤਾਂ ਘਰ ਦਾ ਸਾਰਾ ਕੰਮ ਸੰਭਾਲਣਾ ਪੈਂਦਾ, ਜਿਸ ਕਰਕੇ ਮੈਂ ਪੜ੍ਹਾਈ ਛੱਡ ਘਰ ਦਾ ਕੰਮ ਹੀ ਸੰਭਾਲ ਲਿਆ। ਕੁਝ ਮਹੀਨਿਆਂ ਬਾਅਦ ਮੇਰੇ ਚਾਚੇ ਨੇ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ ਤੇ ਉਹ ਆਪਣੇ ਸਹੁਰੇ ਘਰ ਚਲੀ ਗਈ। ਪਰ ਮੇਰਾ ਨਸੀਬ ਤਾਂ ਅਜੇ ਵੀ ਹਨੇਰੇ 'ਚ ਹੀ ਸੀ। ਜਦੋਂ ਅਸੀਂ ਦੋਵੇਂ 8 ਸਾਲਾਂ ਦੇ ਸਨ ਤਾਂ ਚਾਚੀ ਨੇ ਸਾਨੂੰ ਸਾਡੇ ਮਾਤਾ ਪਿਤਾ ਦੇ ਵਿਆਹ ਦੀ ਤਸਵੀਰ ਦਿਖਾਈ ਸੀ ਤੇ ਮੈਂ ਤੇ ਭਰਾ ਨੇ ਸੋਚਿਆ ਸੀ ਕਿ ਅਸੀਂ ਵੀ ਵੱਡੇ ਹੋ ਕੇ ਮਾਂ ਨੂੰ ਮਿਲਣ ਜ਼ਰੂਰ ਜਾਵਾਂਗੇ। ਉਦੋਂ ਤੋਂ ਮੈਂ ਉਹ ਤਸਵੀਰ ਸੰਭਾਲ ਕੇ ਰੱਖ ਲਈ ਸੀ ਤੇ ਉਸ ਉਡੀਕ ਸੀ ਕਿ ਭਰਾ ਵੱਡਾ ਹੋ ਕੇ ਮੈਨੂੰ ਮਾਂ ਨੂੰ ਮਿਲਵਾਉਣ ਲੈ ਕੇ ਜਾਵੇਗਾ। ਮੇਰਾ ਭਰਾ ਹੁਣ ਵੱਡਾ ਸੀ, ਇਸ ਲਈ ਮੈਂ ਮੌਕਾ ਦੇਖ ਕੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਤਸਵੀਰ ਲੈ ਕੇ ਉਸ ਕੋਲ ਗਈ। ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਆਪਣੇ ਭਰਾ ਨੂੰ ਇੰਨਾ ਬਦਲਿਆ ਹੋਇਆ ਦੇਖਿਆ। ਉਸ ਨੂੰ ਮਾਂ ਦੀ ਤਸਵੀਰ ਦੇਖਣ ਦੀ ਵੀ ਕੋਈ ਲੋੜ ਮਹਿਸੂਸ ਨਹੀਂ ਹੋਈ ਤੇ ਉਸਨੇ ਮੈਨੂੰ ਧੱਕਾ ਦਿੰਦਿਆਂ ਅਜਿਹੇ ਬੇਕਾਰ ਦੇ ਖਿਆਲ ਦਿਲ ਦਿਮਾਗ 'ਚੋਂ ਕੱਢਣ ਲਈ ਕਿਹਾ। ਉਸਨੇ ਕਿਹਾ ਕਿ ਕਿੰਨੀਆਂ ਮੁਸ਼ਕਿਲਾਂ ਬਾਅਦ ਸਾਡੀ ਜ਼ਿੰਦਗੀ 'ਚ ਚੰਗਾ ਸਮਾਂ ਆਇਆ ਹੈ ਤੇ ਮੈਂ ਹੁਣ ਇਹਨਾਂ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦਾ। ਮਾਂ ਨੂੰ ਸਾਡੀ ਫਿਕਰ ਹੁੰਦੀ ਤਾਂ ਸਾਨੂੰ ਇਸ ਤਰ੍ਹਾਂ ਇਕੱਲਾ ਛੱਡ ਕੇ ਕਿਉਂ ਜਾਂਦੀ। ਮੇਰੀ ਜ਼ਿੰਦਗੀ ਸਭ ਤੋਂ ਵੱਧ ਮੇਰਾ ਖਿਆਲ ਰੱਖਣ ਤੇ ਮੈਨੂੰ ਆਪਣਾ ਬਣਾਉਣ ਵਾਲੇ ਮੇਰੇ ਚਾਚਾ ਤੇ ਚਾਚੀ ਹਨ। ਇਹ ਸ਼ਬਦ ਸੁਣ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ, ਕਿਉਂਕਿ ਮੇਰਾ ਇੱਕੋ ਇੱਕ ਸਹਾਰਾ ਮੇਰਾ ਭਰਾ ਹੀ ਮੇਰੇ ਤੋਂ ਦੂਰ ਹੋ ਚੁੱਕਾ ਸੀ ਤੇ ਇਹੀ ਮੇਰੀ ਆਖਰੀ ਉਮੀਦ ਸੀ। ਪਰ ਇਹ ਵੀ ਬਦਲ ਚੁੱਕਾ ਸੀ। ਹੁਣ ਮੈਂ ਵੀ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਚੁੱਪ ਹੋ ਗਈ ਤੇ ਸਹੀ ਸਮੇਂ ਦੀ ਉਡੀਕ ਕਰਨ ਲੱਗੀ, ਕਿਉਂਕਿ ਜ਼ਿੰਦਗੀ 'ਚ ਇੱਕ ਵਾਰ ਹੀ ਸਹੀ ਮਾਂ ਨੂੰ ਜ਼ਰੂਰ ਮਿਲਣਾ ਚਾਹੁੰਦੀ ਸੀ ਤੇ ਆਪਣੇ ਸਾਰੇ ਦੁੱਖ ਦੱਸਣਾ ਚਾਹੁੰਦੀ ਸੀ। ਹੁਣ ਇਸ ਘਰ 'ਚ ਮੇਰਾ ਕੋਈ ਸਹਾਰਾ ਨਹੀਂ ਸੀ ਤੇ ਸਾਰਾ ਦਿਨ ਕੰਮ ਕਰਕੇ ਥੱਕ ਹਾਰ ਕੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ, ਕਿਉਂਕਿ ਹੁਣ ਇੱਕ ਮਾਲਕ ਹੀ ਸਹਾਰਾ ਸੀ। ਮੇਰੇ ਕੁਝ ਸਾਲ ਇਸੇ ਤਰ੍ਹਾਂ ਬੀਤ ਗਏ। ਮੇਰੀ ਚਾਚੀ ਨੇ ਭਰਾ ਦਾ ਰਿਸ਼ਤਾ ਤੈਅ ਕਰ ਦਿੱਤਾ ਸੀ ਆਪਣੇ ਦੋਸਤ ਦੀ ਬੇਟੀ ਨਾਲ। ਮੇਰਾ ਭਰਾ ਹੁਣ ਬਹੁਤ ਖੁਸ਼ ਰਹਿਣ ਲੱਗਿਆ, ਕਿਉਂਕਿ ਉਹ ਉਸ ਲੜਕੀ ਨੂੰ ਬਹੁਤ ਪਸੰਦ ਕਰਦਾ ਸੀ। ਮੈਂ ਵੀ ਆਪਣੇ ਭਰਾ ਨੂੰ ਖੁਸ਼ ਦੇਖ ਕੇ ਖੁਸ਼ ਸੀ। ਇੱਕ ਦਿਨ ਭਰਾ ਨੇ ਆ ਕੇ ਦੱਸਿਆ ਕਿ ਕੁਝ ਦਿਨਾਂ ਬਾਅਦ ਉਸ ਦਾ ਵਿਆਹ ਹੋਣ ਵਾਲਾ ਹੈ। ਮੈਂ ਉਸ ਨੂੰ ਵਧਾਈਆਂ ਦਿੱਤੀਆਂ ਤਾਂ ਉਸਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਤੇਰਾ ਵੀ ਘਰ ਵਸ ਜਾਵੇ। ਕਿਤੇ ਮੇਰੇ ਵਿਆਹ ਤੋਂ ਬਾਅਦ ਇਹ ਲੋਕ ਸਾਰੀ ਉਮਰ ਤੈਨੂੰ ਨੌਕਰਾਨੀ ਨਾ ਬਣਾ ਲੈਣ। ਮੈਂ ਤੈਨੂੰ ਬਰਬਾਦ ਹੁੰਦਾ ਨਹੀਂ ਦੇਖਣਾ ਚਾਹੁੰਦਾ। ਇਹ ਆਖਦੇ ਹੀ ਉਸ ਦੀਆਂ ਅੱਖਾਂ 'ਚੋਂ ਹੰਝੂ ਆ ਗਏ। ਅੱਜ ਪਹਿਲੀ ਵਾਰ ਮੈਨੂੰ ਭਰਾ ਅੰਦਰ ਪਿਤਾ ਦਾ ਰੂਪ ਦਿਖਾਈ ਦਿੱਤਾ ਸੀ। ਮੇਰੇ ਅੰਦਰ ਵੀ ਜਿਵੇਂ ਮਾਂ ਦੀ ਮਮਤਾ ਉਮੜ ਗਈ ਸੀ ਤੇ ਮੈਂ ਉਸ ਦਾ ਮੱਥਾ ਚੁੰਮ ਲਿਆ। ਮੈਂ ਆਪਣਾ ਹਰ ਫੈਸਲਾ ਉਸ ਦੇ ਹੱਥ ਕਰ ਦਿੱਤਾ। ਉਹ ਜੋ ਵੀ ਫੈਸਲਾ ਕਰੇਗਾ ਮੈਨੂੰ ਮਨਜ਼ੂਰ ਹੋਵੇਗਾ। ਭਰਾ ਦੇ ਵਿਆਹ ਕਰਕੇ ਘਰ 'ਚ ਖੁਸ਼ੀ ਦਾ ਮਾਹੌਲ ਸੀ ਤੇ ਮੈਂ ਵੀ ਭਰਾ ਦੀਆਂ ਖੁਸ਼ੀਆਂ ਸ਼ਾਮਲ ਹੋ ਗਈ ਸੀ। ਚਾਚਾ ਚਾਚੀ ਵੀ ਖੁਸ਼ ਸਨ, ਜਿਸ ਕਰਕੇ ਉਹਨਾਂ ਨੇ ਪਹਿਲੀ ਵਾਰ ਮੈਨੂੰ ਚੰਗੇ ਕੱਪੜੇ ਦਵਾਏ ਤੇ ਮੈਂ ਪਹਿਲੀ ਵਾਰ ਖਾਨਦਾਨ ਦੇ ਸਾਰੇ ਲੋਕਾਂ ਨੂੰ ਮਿਲੀ ਸੀ। ਸਾਰੇ ਜਦੋਂ ਵੀ ਮੈਨੂੰ ਮਿਲਦੇ ਮੇਰੇ ਮਾਤਾ ਪਿਤਾ ਦੀ ਗੱਲ ਕਰਦੇ ਤੇ ਮੈਨੂੰ ਵੀ ਖੂਬ ਪਿਆਰ ਦਿੰਦੇ। ਭਰਾ ਦਾ ਵਿਆਹ ਵਧੀਆ ਹੋ ਗਿਆ। ਥੋੜੇ ਦਿਨਾਂ 'ਚ ਮੇਰੇ ਲਈ ਵੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਤੇ ਫਿਰ ਮੇਰੇ ਭਰਾ ਨੇ ਘਰੇ ਇਹ ਗੱਲ ਆਖ ਦਿੱਤੀ ਸੀ ਕਿ ਜੋ ਵੀ ਰਿਸ਼ਤਾ ਆਵੇਗਾ ਉਸ ਨੂੰ ਪਸੰਦ ਕਰਨ ਦਾ ਹੱਕ ਸਿਰਫ ਮੇਰੀ ਭੈਣ ਦਾ ਹੀ ਹੋਵੇਗਾ। ਵਿਆਹ ਤੋਂ ਬਾਅਦ ਹੁਣ ਉਹ ਵੀ ਉਹਨਾਂ ਲੋਕਾਂ ਸਾਹਮਣੇ ਬੋਲਣਾ ਸਿੱਖ ਗਿਆ ਸੀ। ਜਦੋਂ ਵੀ ਕੋਈ ਰਿਸ਼ਤਾ ਆਉਂਦਾ ਤਾਂ ਚਾਚੀ ਮੈਨੂੰ ਹੀ ਹਾਂ ਜਾਂ ਨਾ ਕਰਨ ਨੂੰ ਆਖਦੀ। ਅਜੇ ਮੈਂ 4 ਰਿਸ਼ਤੇ ਮੋੜੇ ਸਨ, ਹੁਣ 5ਵਾਂ ਰਿਸ਼ਤਾ ਆਉਣ ਵਾਲਾ ਸੀ। ਇਹ ਲੋਕ ਕਾਫੀ ਅਮੀਰ ਸਨ
ਤੇ ਲੜਕਾ ਆਪਣੇ ਮਾਤਾ ਪਿਤਾ ਦਾ ਕਾਰੋਬਾਰ ਸੰਭਾਲ ਰਿਹਾ ਸੀ। ਉਹਨਾਂ ਦਾ ਕਹਿਣਾ ਸੀ ਕਿ ਰਿਸ਼ਤੇ ਤੋਂ ਮਨਾ ਕਰਨ ਦਾ ਤਾਂ ਕੋਈ ਕਾਰਨ ਹੀ ਨਹੀਂ ਹੈ, ਫਿਰ ਵੀ ਤੂੰ ਉਹਨਾਂ ਨੂੰ ਮਿਲ ਕੇ ਹੀ ਫੈਸਲਾ ਲਈ। ਅਗਲੇ ਦਿਨ ਉਹਨਾਂ ਨੂੰ ਬੁਲਾਇਆ ਗਿਆ। ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਜਿਸ ਨੂੰ ਇਹ ਲੋਕ ਲੜਕਾ ਬੋਲ ਰਹੇ ਹਨ ਉਹ ਵੱਡੀ ਉਮਰ ਦਾ ਆਦਮੀ ਸੀ, ਪਰ ਫਿਰ ਇੱਕ ਗੱਲ ਛੱਡ ਕੇ ਬਾਕੀ ਸਾਰੀ ਉਸ 'ਚ ਖੂਬੀਆਂ ਸਨ। ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਸ ਲੜਕੇ ਨੇ ਮੇਰੇ ਤੋਂ ਇਕੱਲੇ 'ਚ ਗੱਲ ਕਰਨ ਦਾ ਸਮਾਂ ਮੰਗਿਆ ਤਾਂ ਸਾਰਿਆਂ ਨੇ ਉਸ ਗੱਲ ਤੇ ਹੈਰਾਨੀ ਪ੍ਰਗਟਾਈ, ਪਰ ਉਸ ਦੀ ਉਸ ਗੱਲ ਤੇ ਮੈਂ ਹਾਮੀ ਭਰ ਲਈ ਤੇ ਅਸੀਂ ਦੋਵੇਂ ਕੁਝ ਮਿੰਟ ਇਕੱਲੇ 'ਚ ਗੱਲਾਂ ਕਰਨ ਲੱਗੇ। ਉਸਨੇ ਕਿਹਾ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਮੇਰੀ ਉਮਰ ਤੁਹਾਡੇ ਤੋਂ ਕਾਫੀ ਵੱਡੀ ਹੈ, ਫਿਰ ਵੀ ਮੈਂ ਅਜੇ ਤੱਕ ਵਿਆਹ ਨਹੀਂ ਕੀਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਵਿਆਹ ਮੈਂ ਸਿਰਫ ਆਪਣੇ ਮਾਤਾ ਪਿਤਾ ਨੂੰ ਰਾਜੀ ਕਰਨ ਲਈ ਕਰ ਰਿਹਾ ਹਾਂ, ਕਿਉਂਕਿ ਇਹ ਮੇਰਾ ਵਿਆਹ ਕਰਵਾ ਕੇ ਵਾਪਸ ਓਮਾਨ ਆਪਣੇ ਵੱਡੇ ਬੇਟੇ ਕੋਲ ਚਲੇ ਜਾਣਗੇ। ਇਸ ਤੋਂ ਬਾਅਦ ਤੁਸੀਂ ਮਰਜ਼ੀ ਦੇ ਮਾਲਕ ਹੋਵੋਗੇ, ਚਾਹੇ ਤਾਂ ਮੇਰੇ ਨਾਲ ਰਹੋ ਜਾਂ ਕਿਤੇ ਹੋਰ, ਇਹ ਤੁਹਾਡੀ ਮਰਜ਼ੀ ਹੋਵੇਗੀ। ਤੁਸੀਂ ਮੇਰੇ ਮਾਤਾ ਪਿਤਾ ਨੂੰ ਖੁਸ਼ ਕਰਨ ਲਈ ਹਾਂ ਕਰੋਗੇ। ਉਸ ਨਾਲ ਗੱਲ ਕਰਕੇ ਮੈਨੂੰ ਅੰਦਾਜ਼ਾ ਹੋ ਗਿਆ ਕਿ ਇਹੀ ਉਹ ਆਦਮੀ ਹੈ ਜੋ ਮੇਰਾ ਸਹਾਰਾ ਬਣੇਗਾ ਤੇ ਮੇਰੀ ਮਾਂ ਨਾਲ ਮਿਲਣ ਦੀ ਇੱਛਾ ਪੂਰੀ ਕਰੇਗਾ। ਇਸ ਕਰਕੇ ਮੈਂ ਰਿਸ਼ਤੇ ਲਈ ਹਾਂ ਕਰ ਦਿੱਤੀ। ਸਾਡੀ ਮੰਗਣੀ ਹੋ ਗਈ ਤੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ। ਭਾਵੇਂ ਮੇਰੇ ਦਿਲ 'ਚ ਵਿਆਹ ਦਾ ਕੋਈ ਸੁਪਨਾ ਨਹੀਂ ਸੀ ਤੇ ਨਾ ਹੀ ਦਿਲ 'ਚ ਵਿਆਹ ਕਰਕੇ ਕੋਈ ਜਜ਼ਬਾਤ ਸਨ, ਫਿਰ ਵੀ ਮੈਂ ਖੁਸ਼ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਮੈਂ ਵਿਆਹ ਕਰਨ ਤੋਂ ਬਾਅਦ ਆਪਣੀ ਮਾਂ ਕੋਲ ਜਾ ਸਕਾਂਗੀ। ਵਿਆਹ ਤੋਂ ਪਹਿਲਾਂ ਮੇਰੀ ਸੱਸ ਕਈ ਵਾਰ ਮੈਨੂੰ ਮਿਲਣ ਆਈ ਤੇ ਉਹ ਹਰ ਵਾਰ ਆਖਦੀ ਕਿ ਮੇਰੇ ਬੇਟੇ ਦਾ ਸਾਥ ਕਦੇ ਨਾ ਛੱਡੀ, ਤੇ ਮੈਂ ਵੀ ਹਰ ਵਾਰੀ ਉਹਨਾਂ ਨੂੰ ਯਕੀਨ ਦਿਵਾਉਂਦੀ ਕਿ ਭਲਾ ਵਿਆਹ ਕਰਕੇ ਮੈਂ ਕਿਉਂ ਉਹਨਾਂ ਦਾ ਸਾਥ ਛੱਡਾਂਗੀ। ਪਰ ਉਸ ਔਰਤ ਦੇ ਦਿਲ ਨੂੰ ਪਤਾ ਨਹੀਂ ਕਿਉਂ ਤਸੱਲੀ ਨਾ ਹੁੰਦੀ। ਮੇਰੇ ਵੀ ਕਈ ਵਾਰ ਦਿਲ 'ਚ ਆਇਆ ਕਿ ਮੇਰੀ ਸੱਸ ਹਰ ਵਾਰ ਅਜਿਹਾ ਕਿਉਂ ਆਖਦੀ ਹੈ, ਇਸ ਦਾ ਕੀ ਕਾਰਨ ਹੋ ਸਕਦਾ ਹੈ। ਮੇਰੇ ਦਿਮਾਗ 'ਚ ਵੀ ਸੀ ਕਿ ਮੇਰੇ ਹੋਣ ਵਾਲੇ ਪਤੀ ਨੇ ਵੀ ਇਹ ਗੱਲ ਕਿਉਂ ਆਖੀ ਸੀ ਕਿ ਵਿਆਹ ਤੋਂ ਬਾਅਦ ਕਿਤੇ ਮਰਜ਼ੀ ਚਲੇ ਜਾਣਾ। ਇੱਕ ਦਿਨ ਮੇਰੀ ਸੱਸ ਮੈਨੂੰ ਬਾਹਰ ਸ਼ਾਪਿੰਗ ਕਰਵਾਉਣ ਲਈ ਲੈ ਕੇ ਗਈ। ਉਹ ਦਿਨ ਮੇਰੀ ਜ਼ਿੰਦਗੀ 'ਚ ਪਹਿਲੀ ਵਾਰ ਸੀ ਜਦੋਂ ਮੈਂ ਆਪਣੇ ਲਈ ਸ਼ਾਪਿੰਗ ਆਪਣੀ ਮਰਜ਼ੀ ਨਾਲ ਕੀਤੀ ਸੀ। ਪਹਿਲਾਂ ਤਾਂ ਹਮੇਸ਼ਾ ਆਪਣੀ ਚਾਚੀ ਦੀ ਲੜਕੀ ਦੇ ਕੱਪੜੇ ਹੀ ਪਾਉਂਦੀ ਸੀ। ਉਹਨਾਂ ਮਹਿੰਗੀ ਤੋਂ ਮਹਿੰਗੀ ਚੀਜ਼ ਮੈਨੂੰ ਦਵਾਈ। ਮੈਨੂੰ ਲੱਗਿਆ ਕਿ ਇਹ ਉਹਨਾਂ ਪ੍ਰਾਰਥਨਾਵਾਂ ਦਾ ਹੀ ਅਸਰ ਹੈ ਜੋ ਮੈਂ ਲੁਕ-ਲੁਕ ਕੇ ਕੀਤੀਆਂ ਸਨ। ਸ਼ਾਪਿੰਗ ਤੋਂ ਬਾਅਦ ਘਰ ਪਹੁੰਚੀ ਤਾਂ ਮੇਰੀ ਚਾਚੀ ਤੇ ਉਹਨਾਂ ਦੀ ਲੜਕੀ ਸਾਰਾ ਸਮਾਨ ਦੇਖ ਕੇ ਹੈਰਾਨ ਰਹਿ ਗਈਆਂ, ਕਿਉਂਕਿ ਉਹਨਾਂ ਨੇ ਵੀ ਇੰਨਾ ਮਹਿੰਗਾ ਤੇ ਇੰਨਾ ਸਾਰਾ ਸਮਾਨ ਨਹੀਂ ਸੀ ਦੇਖਿਆ। ਅਗਲੇ ਦਿਨ ਘਰ ਵਾਲਿਆਂ ਦੇ ਰੰਗ ਹੀ ਬਦਲ ਗਏ ਤੇ ਇਹ ਸਭ ਪੈਸੇ ਕਰਕੇ ਹੀ ਸੀ। ਥੋੜੇ ਦਿਨਾਂ ਬਾਅਦ ਵਿਆਹ ਵਾਲਾ ਦਿਨ ਵੀ ਆ ਗਿਆ ਤੇ ਜਿੱਥੇ ਪੈਲੇਸ 'ਚ ਮੇਰਾ ਵਿਆਹ ਹੋਇਆ ਬਹੁਤ ਹੀ ਸੋਹਣਾ ਸੀ। ਸਾਡੇ ਖਾਨਦਾਨ 'ਚ ਪਹਿਲਾਂ ਇਸ ਤਰ੍ਹਾਂ ਕਿਸੇ ਦਾ ਵਿਆਹ ਨਹੀਂ ਸੀ ਹੋਇਆ। ਵਿਆਹ ਤੋਂ ਬਾਅਦ ਸਹੁਰੇ ਘਰ ਪਹੁੰਚੀ ਤਾਂ ਦੇਖਿਆ ਕਿ ਮੇਰਾ ਸਹੁਰਾ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਸੀ। ਸਾਰੇ ਘਰ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ। ਮੇਰੀ ਸੱਸ ਮੈਨੂੰ ਕਮਰੇ 'ਚ ਲੈ ਗਈ ਜਿੱਥੇ ਕਮਰੇ ਨੂੰ ਬਹੁਤ ਹੀ ਵਧੀਆ ਸਜਾਇਆ ਹੋਇਆ ਸੀ। ਥੋੜੇ ਹੀ ਸਮੇਂ ਬਾਅਦ ਮੇਰਾ ਪਤੀ ਵੀ ਕਮਰੇ 'ਚ ਆ ਗਿਆ। ਪਤੀ ਨੇ ਕਮਰੇ 'ਚ ਆ ਕੇ ਮੇਰਾ ਸਵਾਗਤ ਕੀਤਾ। ਕਾਫੀ ਦੇਰ ਤੱਕ ਅਸੀਂ ਗੱਲਾਂ ਕਰਦੇ ਰਹੇ। ਅਚਾਨਕ ਉਸਨੇ ਅਜਿਹੀ ਗੱਲ ਆਖੀ ਜਿਸ ਨਾਲ ਮੇਰੀ ਸਾਰੀ ਖੁਸ਼ੀ ਹਵਾ ਹੋ ਗਈ। ਉਹ ਬੋਲੇ ਕਿ ਮੇਰੇ ਖਿਆਲ ਨਾਲ ਮੇਰੇ ਮਾਤਾ ਪਿਤਾ ਸੋ ਚੁੱਕੇ ਹੋਣਗੇ, ਇਸ ਲਈ ਮੈਨੂੰ ਵੀ ਹੁਣ ਆਪਣੇ ਕਮਰੇ ਜਾ ਕੇ ਸੋ ਜਾਣਾ ਚਾਹੀਦਾ ਹੈ। ਮੈਂ ਉਸ ਦੀ ਗੱਲ ਤੇ ਬਹੁਤ ਹੈਰਾਨ ਹੋਈ, ਪਰ ਕੁਝ ਵੀ ਪੁੱਛਣ ਦੀ ਮੇਰੇ 'ਚ ਹਿੰਮਤ ਨਹੀਂ ਸੀ। ਬਸ ਮੈਂ ਉਸਨੂੰ ਸਵਾਲੀਆ ਨਜ਼ਰਾਂ ਨਾਲ ਦੇਖਣ ਲੱਗੀ। ਉਸਨੇ ਮੇਰੀਆਂ ਨਜ਼ਰਾਂ ਦਾ ਸਵਾਲ ਸਮਝਦੇ ਹੋਏ ਕਿਹਾ ਕਿ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਕਿ ਵਿਆਹ ਮੈਂ ਸਿਰਫ ਆਪਣੇ ਮਾਤਾ ਪਿਤਾ ਦੀ ਖੁਸ਼ੀ ਲਈ ਕਰ ਰਿਹਾ ਹਾਂ। ਤੁਸੀਂ ਮੇਰੇ ਵੱਲੋਂ ਹਰ ਤਰ੍ਹਾਂ ਆਜ਼ਾਦ ਹੋਣਾ ਤਾਂ ਮੈਂ ਤੁਹਾਡੇ ਤੇ ਕੋਈ ਹੱਕ ਜਤਾਵਾਂ ਤੇ ਨਾ ਹੀ ਤੁਹਾਨੂੰ ਖੁਦ ਤੇ ਕੋਈ ਹੱਕ ਰੱਖਣ ਦੇਵਾਂਗਾ।
ਪਰ ਮੇਰੀ ਹਰ ਚੀਜ਼ ਰੁਪਇਆ ਪੈਸਾ ਤੁਸੀਂ ਵਰਤ ਸਕਦੇ ਹੋ। ਮੇਰੇ ਤੋਂ ਇਲਾਵਾ ਇਸ ਘਰ ਦੀ ਹਰ ਚੀਜ਼ ਤੇ ਤੁਹਾਡਾ ਹੱਕ ਰਹੇਗਾ। ਇਹ ਆਖਦੇ ਹੋਏ ਉਹ ਕਮਰੇ ਚੋਂ ਬਾਹਰ ਚਲਾ ਗਿਆ। ਮੈਂ ਉੱਥੇ ਇਕੱਲੀ ਬੈਠੀ ਰਹੀ। ਕੁਝ ਦੇਰ ਪਹਿਲਾਂ ਮੈਨੂੰ ਆਪਣੀ ਜ਼ਿੰਦਗੀ ਤੇ ਬਹੁਤ ਗੁਮਾਨ ਸੀ, ਪਰ ਪਤੀ ਦੇ ਇਹਨਾਂ ਸ਼ਬਦਾਂ ਨੇ ਇੱਕ ਵਾਰ ਫਿਰ ਮੈਨੂੰ ਅਧੂਰਾ ਕਰਕੇ ਰੱਖ ਦਿੱਤਾ ਸੀ। ਉਹਨਾਂ ਦੀਆਂ ਇਹਨਾਂ ਗੱਲਾਂ ਦਾ ਕਾਰਨ ਤਾਂ ਮੈਂ ਨਹੀਂ ਜਾਣਦੀ ਸੀ, ਪਰ ਜਿਹੋ ਜਿਹਾ ਵੀ ਸੀ, ਹੁਣ ਮੈਨੂੰ ਉਸਦੇ ਘਰ 'ਚ ਰਹਿਣਾ ਸੀ। ਮੈਂ ਚੁੱਪ ਰਹਿਣਾ ਹੀ ਚੰਗਾ ਸਮਝਿਆ। ਆਪਣੇ ਪਤੀ ਦੀ ਦੂਰੀ ਨੂੰ ਆਪਣੇ ਦਿਲ 'ਚ ਇੱਕ ਰਾਜ਼ ਵਾਂਗ ਦੱਬ ਲਿਆ। ਸਵੇਰੇ ਸਾਰੇ ਘਰ ਵਾਲਿਆਂ ਦੇ ਜਾਗਣ ਤੋਂ ਪਹਿਲਾਂ ਹੀ ਉੱਠ ਗਈ, ਤਾਂ ਕਿ ਮੇਰੇ ਸੱਸ ਸਹੁਰੇ ਨੂੰ ਇਹ ਗੱਲ ਦਾ ਪਤਾ ਨਾ ਲੱਗੇ। ਮੇਰੀ ਸੱਸ ਨੇ ਆ ਕੇ ਪੁੱਛਿਆ ਕਿ ਮੇਰਾ ਬੇਟਾ ਕਿੱਥੇ ਹੈ, ਤਾਂ ਮੈਂ ਉਹਨਾਂ ਨੂੰ ਝੂਠ ਬੋਲ ਦਿੱਤਾ ਕਿ ਉਹਨਾਂ ਨੂੰ ਰਾਤ ਨੀਂਦ ਨਹੀਂ ਆਈ। ਇਸ ਲਈ ਮੈਂ ਸਵੇਰੇ ਉਹਨਾਂ ਨੂੰ ਦੂਜੇ ਕਮਰੇ 'ਚ ਆਰਾਮ ਕਰਨ ਲਈ ਭੇਜ ਦਿੱਤਾ ਸੀ। ਇਸ ਤੋਂ ਬਾਅਦ ਮੇਰੀ ਸੱਸ ਤੇ ਸਹੁਰੇ ਨੇ ਓਮਾਨ ਜਾਣ ਲਈ ਪੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਮੈਂ ਸਾਰਾ ਦਿਨ ਸੱਸ ਦੀ ਮਦਦ ਕੀਤੀ ਤੇ ਸ਼ਾਮ ਨੂੰ ਉਹ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਘਰ 'ਚ ਖੁਦ ਨੂੰ ਬਹੁਤ ਇਕੱਲਾ ਮਹਿਸੂਸ ਕਰਨ ਲੱਗੀ, ਕਿਉਂਕਿ ਹੁਣ ਮੇਰੇ ਪਤੀ ਦਾ ਰਵੱਈਆ ਬਹੁਤ ਬਦਲਿਆ ਹੋਇਆ ਸੀ। ਉਹ ਜ਼ਿਆਦਾਤਰ ਆਪਣੇ ਕਮਰੇ 'ਚ ਰਹਿੰਦੇ ਤੇ ਦਫ਼ਤਰ ਚਲੇ ਜਾਂਦੇ। ਸਾਡਾ ਮਿਲਣਾ ਸਿਰਫ ਨਾਸ਼ਤੇ ਦੀ ਟੇਬਲ ਤੇ ਹੀ ਹੁੰਦਾ ਸੀ। ਵਿਆਹ ਤੋਂ ਇੱਕ ਹਫ਼ਤੇ ਬਾਅਦ ਚਾਚੀ ਤੇ ਮੇਰਾ ਭਰਾ ਤੇ ਚਾਚੇ ਦੀ ਕੁੜੀ ਮੈਨੂੰ ਮਿਲਣ ਆਏ। ਮੇਰਾ ਪਤੀ ਉਸ ਸਮੇਂ ਦਫ਼ਤਰ ਜਾ ਚੁੱਕਾ ਸੀ। ਮੇਰੀ ਕਜ਼ਨ ਨੇ ਮੈਨੂੰ ਪੁੱਛਿਆ ਕਿ ਹਨੀਮੂਨ ਲਈ ਕਿੱਥੇ ਜਾ ਰਹੇ ਹੋ, ਤਾਂ ਮੇਰੇ ਦਿਮਾਗ 'ਚ ਖਿਆਲ ਆਇਆ ਕਿ ਪਤੀ ਨੂੰ ਕੈਨੇਡਾ ਜਾਣ ਦੀ ਫਰਮਾਇਸ਼ ਕਰਾਂਗੀ, ਜਿੱਥੇ ਮੇਰੀ ਮਾਂ ਰਹਿੰਦੀ ਹੈ। ਸ਼ਾਮ ਨੂੰ ਜਦੋਂ ਵਾਪਸ ਆਈ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਭੈਣ ਪੁੱਛ ਰਹੀ ਸੀ ਕਿ ਅਸੀਂ ਹਨੀਮੂਨ ਕਿੱਥੇ ਜਾ ਰਹੇ ਹਾਂ। ਮੇਰੀ ਇੱਛਾ ਹੈ ਕਿ ਤੁਸੀਂ ਮੈਨੂੰ ਕੈਨੇਡਾ ਲੈ ਕੇ ਜਾਓ। ਮੇਰੀ ਗੱਲ ਤੇ ਮੇਰੇ ਪਤੀ ਨੇ ਬਹੁਤ ਗੁੱਸਾ ਕੀਤਾ ਤੇ ਰੁੱਖਾ ਜਿਹਾ ਜਵਾਬ ਦਿੱਤਾ ਕਿ ਤੂੰ ਜਾਣਦੀ ਹੈ ਕਿ ਸਾਡੇ ਵਿਚਕਾਰ ਕੋਈ ਅਜਿਹਾ ਰਿਸ਼ਤਾ ਨਹੀਂ ਹੈ, ਤਾਂ ਹਨੀਮੂਨ ਕਿਵੇਂ? ਜੇਕਰ ਤੁਸੀਂ ਕੈਨੇਡਾ ਜਾਣਾ ਹੈ ਤਾਂ ਮੈਂ ਤੁਹਾਡੇ ਲਈ ਇੰਤਜ਼ਾਮ ਕਰਵਾ ਦਿੰਦਾ ਹਾਂ, ਤੁਸੀਂ ਚਲੇ ਜਾਇਓ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪਹਿਲਾਂ ਕਦੇ ਨਹੀਂ ਗਈ, ਤੁਹਾਡੇ ਬਿਨਾਂ ਕਿਵੇਂ ਜਾ ਸਕਦੀ ਹਾਂ। ਮੇਰੇ ਪਤੀ ਨੇ ਕਿਹਾ ਕਿ ਮੇਰੇ ਸਾਥ ਦੀ ਉਮੀਦ ਨਾ ਰੱਖੋ। ਮੈਨੂੰ ਉਹਨਾਂ ਦੀ ਇਸ ਗੱਲ ਤੇ ਬਹੁਤ ਸਦਮਾ ਲੱਗਿਆ ਤੇ ਫਿਰ ਮੈਂ ਸੋਚ ਲਿਆ ਕਿ ਜੋ ਮਰਦ ਮੇਰਾ ਸਹਾਰਾ ਨਹੀਂ ਬਣ ਸਕਦਾ, ਉਸ ਨਾਲ ਜ਼ਿੰਦਗੀ ਗੁਜ਼ਾਰਨ ਦਾ ਆਖਰ ਕੀ ਫਾਇਦਾ। ਇਹ ਪੈਸਾ ਤਾਂ ਮੇਰੀ ਮੰਜ਼ਿਲ ਕਦੇ ਨਹੀਂ ਸੀ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਹੈ, ਤੁਸੀਂ ਮੇਰੇ ਜਾਣ ਦਾ ਇੰਤਜ਼ਾਮ ਕਰੋ, ਮੈਂ ਇਕੱਲੀ ਹੀ ਜਾਵਾਂਗੀ। ਪਤੀ ਨੇ ਦਫ਼ਤਰ ਫੋਨ ਕੀਤਾ ਤੇ ਮੇਰੇ ਕੈਨੇਡਾ ਜਾਣ ਦਾ ਵੀਜ਼ਾ ਲਵਾ ਦਿੱਤਾ। ਉਸਨੇ ਮੈਨੂੰ ਆਪਣੀ ਮਰਜ਼ੀ ਦੀ ਜ਼ਿੰਦਗੀ ਗੁਜ਼ਾਰਨ ਦੀ ਇਜਾਜ਼ਤ ਦਿੱਤੀ ਤੇ ਮੈਂ ਕੈਨੇਡਾ ਆ ਗਈ। ਇੱਥੇ ਆ ਕੇ ਮੇਰੇ ਕੋਲ ਮਾਂ ਦੀ ਇੱਕ ਤਸਵੀਰ ਤੋਂ ਇਲਾਵਾ ਕੁਝ ਵੀ ਨਹੀਂ ਸੀ। ਮੇਰੇ ਰਹਿਣ ਦਾ ਇੰਤਜ਼ਾਮ ਮੇਰੇ ਪਤੀ ਨੇ ਇੱਥੇ ਕਰਵਾ ਦਿੱਤਾ ਸੀ ਤੇ ਮੈਨੂੰ ਆਉਂਦੇ ਸਮੇਂ ਕੁਝ ਪੈਸੇ ਵੀ ਦਿੱਤੇ ਸਨ, ਪਰ ਇੱਥੇ ਮੈਨੂੰ ਆਪਣੇ ਭਵਿੱਖ ਤੇ ਰੁਜ਼ਗਾਰ ਦੀ ਲੋੜ ਹੈ, ਕਿਉਂਕਿ ਮਾਂ ਨੂੰ ਪਤਾ ਨਹੀਂ ਕਦੋਂ ਲੱਭਦੀ। ਉਦੋਂ ਤੱਕ ਜ਼ਿੰਦਗੀ ਇੱਥੇ ਹੀ ਗੁਜ਼ਾਰਨੀ ਸੀ। ਪਤੀ ਦੇ ਦਿੱਤੇ ਪੈਸੇ ਵੀ ਖਤਮ ਹੋ ਰਹੇ ਸਨ। ਚਾਚੇ ਤੇ ਭਰਾ ਤੋਂ ਵੀ ਕੁਝ ਨਹੀਂ ਮੰਗ ਸਕਦੀ ਸੀ, ਕਿਉਂਕਿ ਮੇਰੇ ਕੈਨੇਡਾ ਆਉਣ ਤੇ ਉਹਨਾਂ ਨੂੰ ਬਹੁਤ ਇਤਰਾਜ਼ ਸੀ, ਜਿਸ ਦੇ ਬਾਵਜੂਦ ਮੈਂ ਆ ਗਈ ਸੀ। ਮੈਨੂੰ ਇੱਥੇ ਰਹਿੰਦੇ 6 ਮਹੀਨੇ ਹੋ ਚੁੱਕੇ ਸਨ। ਅਜੇ ਤੱਕ ਮੈਂ ਆਪਣੀ ਮਾਂ ਦਾ ਕੋਈ ਪਤਾ ਨਹੀਂ ਲਗਾ ਸਕੀ ਸੀ। ਇੱਕ ਦਿਨ ਅਖਬਾਰ ਪੜ੍ਹਦੇ ਹੋਏ ਮੈਂ ਲੜਕੀਆਂ ਲਈ ਪੁਲਿਸ 'ਚ ਨੌਕਰੀ ਦਾ ਇਸ਼ਤਿਹਾਰ ਦੇਖਿਆ। ਇਸ਼ਤਿਹਾਰ ਦੇਖ ਕੇ ਖਿਆਲ ਆਇਆ ਕਿ ਜੇਕਰ ਪੁਲਿਸ 'ਚ ਭਰਤੀ ਹੋ ਜਾਵਾਂ ਤਾਂ ਮਾਂ ਦਾ ਪਤਾ ਆਸਾਨੀ ਨਾਲ ਲਗਾ ਸਕਦੀ ਹਾਂ। ਇਸ ਲਈ ਮੈਂ ਕੋਸ਼ਿਸ਼ ਕੀਤੀ ਤੇ ਮੇਰੀ ਕੋਸ਼ਿਸ਼ ਕਾਮਯਾਬ ਰਹੀ। ਲਗਭਗ 6 ਮਹੀਨੇ ਦੀ ਸਖਤ ਮਿਹਨਤ ਤੋਂ ਬਾਅਦ ਮੈਂ ਕੈਨੇਡਾ ਪੁਲਿਸ 'ਚ ਜੇਲ੍ਹ 'ਚ ਜੇਲਰ ਬਣ ਗਈ। ਮੇਰੀ ਅਕਸਰ ਮੇਰੇ ਪਤੀ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਜਦੋਂ ਉਹਨਾਂ ਨੂੰ ਇਹ ਖਬਰ ਦਿੱਤੀ ਤਾਂ ਉਹ ਬਹੁਤ ਖੁਸ਼ ਹੋਏ ਤੇ ਮੁਬਾਰਕਬਾਦ ਦੇਣ ਲੱਗੀ। ਮੈਂ ਉਹਨਾਂ ਅੱਗੇ ਸ਼ਰਤ ਰੱਖੀ ਸੀ
ਕਿ ਤੁਸੀਂ ਮੈਨੂੰ ਇੱਥੇ ਆ ਕੇ ਮੁਬਾਰਕਬਾਦ ਦਿਓਗੇ ਤਾਂ ਫਿਰ ਮੰਨਾਂਗੀ। ਉਹ ਮੇਰੀ ਗੱਲ ਮੰਨ ਗਈ। ਜਦੋਂ ਉਹ ਕੈਨੇਡਾ ਆਏ ਤਾਂ ਮੈਂ ਉਹਨਾਂ ਨੂੰ ਬਹੁਤ ਘੁਮਾਇਆ। ਉਹ ਮੇਰੇ ਨਾਲ ਪਹਿਲਾਂ ਨਾਲੋਂ ਚੰਗਾ ਰਵੱਈਆ ਰੱਖਣ ਲੱਗੇ। ਉਹਨਾਂ ਦੇ ਸੁਭਾਅ 'ਚ ਕਾਫੀ ਬਦਲਾਅ ਆ ਚੁੱਕਾ ਸੀ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਇੱਕ ਖਤਰਨਾਕ ਬਿਮਾਰੀ ਸੀ, ਜਿਸ ਕਰਕੇ ਉਹਨਾਂ ਨੇ ਮੈਨੂੰ ਆਪਣੇ ਆਪ ਤੋਂ ਦੂਰ ਰੱਖਿਆ ਤੇ ਮੇਰੇ ਕੈਨੇਡਾ ਆਉਣ ਤੋਂ ਬਾਅਦ ਉਹਨਾਂ ਨੇ ਆਪਣਾ ਇਲਾਜ ਕਰਵਾਇਆ ਸੀ, ਜਿਸ ਕਰਕੇ ਉਹ ਹੁਣ ਬਿਲਕੁਲ ਠੀਕ ਹਨ ਤੇ ਮੇਰੇ ਨਾਲ ਬਹੁਤ ਖੁਸ਼ ਵੀ ਸਨ। ਹੁਣ ਅਕਸਰ ਪੰਜਾਬ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਉਹਨਾਂ ਨੇ ਵੀ ਮੇਰੀ ਮਾਂ ਨੂੰ ਲੱਭਣ 'ਚ ਮੇਰੀ ਬਹੁਤ ਮਦਦ ਕੀਤੀ ਸੀ, ਪਰ ਅਜੇ ਤੱਕ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ ਸਨ। ਉਨੀ ਦਿਨੀ ਮੇਰਾ ਪਤੀ ਕੈਨੇਡਾ ਆਇਆ ਹੋਇਆ ਸੀ ਤੇ ਮੇਰੀ ਨਾਈਟ ਡਿਊਟੀ ਇੱਕ ਹਸਪਤਾਲ 'ਚ ਲੱਗੀ ਸੀ, ਜਿੱਥੇ ਅਚਾਨਕ ਇੱਕ ਕੈਦੀ ਔਰਤ ਪਹਿਲਾਂ ਤੋਂ ਪ੍ਰੈਗਨੈਂਟ ਸੀ। ਉਸ ਦੀ ਤਬੀਅਤ ਬਹੁਤ ਖਰਾਬ ਹੋਈ। ਉਸਨੇ ਇੱਕ ਬੇਟੇ ਨੂੰ ਜਨਮ ਦਿੱਤਾ। ਮੈਂ ਉਸ ਕੋਲ ਹੀ ਖੜੀ ਸੀ ਜਦੋਂ ਉਸਨੇ ਕਿਹਾ ਕਿ ਤੁਸੀਂ ਮੇਰੇ ਬੱਚੇ ਨੂੰ ਆਪਣੇ ਨਾਲ ਲੈ ਜਾਓ। ਮੈਂ ਨਹੀਂ ਚਾਹੁੰਦੀ ਕਿ ਇਹ ਵੀ ਮੇਰੇ ਵਾਂਗ ਜੇਲ੍ਹ 'ਚ ਰਹੇ। ਉਸ ਔਰਤ ਨੂੰ ਕਈ ਸਾਲਾਂ ਦੀ ਸਜ਼ਾ ਸੁਣਾਈ ਗਈ ਸੀ ਤੇ ਮੇਰਾ ਦਿਲ ਤਾਂ ਉਂਝ ਵੀ ਮਮਤਾ ਨਾਲ ਭਰਿਆ ਹੋਇਆ ਸੀ, ਕਿਉਂਕਿ ਮੈਂ ਖੁਦ ਹੀ ਆਪਣੀ ਮਾਂ ਲਈ ਤਰਸ ਰਹੀ ਸੀ। ਇਸ ਲਈ ਮੈਂ ਸੋਚਿਆ ਕਿ ਮੈਂ ਉਸ ਬੱਚੇ ਨੂੰ ਮਾਂ ਦਾ ਪਿਆਰ ਦੇਵਾਂਗੀ। ਪਰ ਜਦੋਂ ਮੈਂ ਬੱਚੇ ਨੂੰ ਲੈ ਕੇ ਆਪਣੇ ਘਰ ਪਹੁੰਚੀ ਤੇ ਇੱਕ ਪਿਆਰਾ ਬੱਚਾ ਮਿਲਣ ਦੀ ਖੁਸ਼ਖਬਰੀ ਆਪਣੇ ਪਤੀ ਨੂੰ ਸੁਣਾਈ ਤਾਂ ਮੇਰਾ ਪਤੀ ਬੱਚੇ ਦਾ ਚਿਹਰਾ ਦੇਖ ਕੇ ਰੋਣ ਲੱਗਿਆ। ਮੈਨੂੰ ਉਸਦੇ ਰੋਣ ਤੇ ਬੜੀ ਹੈਰਾਨੀ ਹੋਈ। ਮੈਂ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੈਂ ਵੀ ਆਪਣੇ ਮਾਂ-ਬਾਪ ਨੂੰ ਇਸੇ ਤਰ੍ਹਾਂ ਮਿਲਿਆ ਸੀ। ਮੇਰੇ ਮਾਤਾ ਪਿਤਾ ਨੇ ਮੈਨੂੰ ਪਾਲਿਆ ਹੈ, ਪਰ ਮੈਂ ਨਹੀਂ ਚਾਹੁੰਦਾ ਕਿ ਮੇਰੇ ਵਾਂਗ ਇੱਕ ਹੋਰ ਬੱਚਾ ਆਪਣੀ ਜ਼ਿੰਦਗੀ 'ਚ ਇਕੱਲਾ ਰਹਿ ਜਾਵੇ। ਮੇਰੇ ਮਾਤਾ ਪਿਤਾ ਮੈਨੂੰ ਪਿਆਰ ਤਾਂ ਬਹੁਤ ਕਰਦੇ ਹਨ, ਪਰ ਉਹ ਰਹਿੰਦੇ ਆਪਣੀ ਔਲਾਦ ਦੇ ਨਾਲ ਹੀ ਹਨ। ਜਿਸ ਤਰ੍ਹਾਂ ਮੈਂ ਇਕੱਲਾ ਤੜਫਦਾ ਹਾਂ, ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਤੜਫੇ। ਇਸ ਲਈ ਤੁਸੀਂ ਜਾਓ ਤੇ ਇਹ ਬੱਚਾ ਉਸਦੀ ਮਾਂ ਦੇ ਹਵਾਲੇ ਕਰ ਦਿਓ। ਭਾਵੇਂ ਜੇਲ੍ਹ 'ਚ ਹੋਵੇ, ਪਰ ਹੋਵੇਗਾ ਤਾਂ ਆਪਣੀ ਮਾਂ ਦੇ ਕੋਲ ਹੀ ਨਾ। ਮੈਂ ਮਜਬੂਰ ਹੋ ਕੇ ਬੱਚਾ ਲੈ ਕੇ ਵਾਪਸ ਹਸਪਤਾਲ ਪਹੁੰਚੀ ਤਾਂ ਇਹ ਦੇਖ ਕੇ ਮੇਰੇ ਸਿਰ ਤੇ ਅਸਮਾਨ ਟੁੱਟ ਪਿਆ ਕਿ ਉਸ ਔਰਤ ਨੂੰ ਮਿਲਣ ਕੁਝ ਹੋਰ ਔਰਤਾਂ ਆਈਆਂ ਹੋਈਆਂ ਸਨ, ਜਿਨ੍ਹਾਂ 'ਚੋਂ ਇੱਕ ਦੀ ਸ਼ਕਲ ਬਿਲਕੁਲ ਮੇਰੀ ਮਾਂ ਨਾਲ ਮਿਲਦੀ ਸੀ। ਮਿਲਦੀ ਨਹੀਂ, ਸਗੋਂ ਉਹ ਤਾਂ ਮੇਰੀ ਮਾਂ ਹੀ ਸੀ ਤੇ ਜਿਸ ਲੜਕੀ ਦਾ ਉਹ ਬੱਚਾ ਸੀ, ਉਹ ਮੇਰੀ ਮਾਂ ਦੇ ਦੂਜੇ ਪਤੀ ਦੀ ਲੜਕੀ ਸੀ। ਉਹ ਆਪਣੇ ਪਤੀ ਦਾ ਖੂਨ ਕਰਕੇ ਜੇਲ੍ਹ 'ਚ ਬੰਦ ਸੀ ਤੇ ਉਸ ਸਮੇਂ ਉਹ ਪ੍ਰੈਗਨੈਂਟ ਵੀ ਸੀ। ਇਸ ਲਈ ਜੇਲ੍ਹ 'ਚ ਹੀ ਬੱਚਾ ਹੋਇਆ ਸੀ। ਹੁਣ ਮੇਰੀ ਮਾਂ ਵੀ ਉੱਥੇ ਮੈਨੂੰ ਮਿਲ ਗਈ। ਮੈਂ ਬਹੁਤ ਰੋਈ। ਮੈਂ ਵੀ ਆਪਣੇ ਸਾਰੇ ਦੁੱਖ ਆਪਣੀ ਮਾਂ ਨੂੰ ਸੁਣਾਏ ਤੇ ਆਪਣੀ ਮਾਂ ਨੂੰ ਆਪਣੇ ਘਰ ਲੈ ਆਈ ਤੇ ਬਾਕੀ ਦੀ ਜ਼ਿੰਦਗੀ ਆਪਣੇ ਪਤੀ ਤੇ ਆਪਣੀ ਮਾਂ ਨਾਲ ਬਤੀਤ ਕੀਤੀ ਤੇ ਅੱਜ ਮੈਨੂੰ ਪਤੀ ਦੇ ਪਿਆਰ ਦੇ ਨਾਲ ਮਾਂ ਦਾ ਪਿਆਰ ਵੀ ਮਿਲ ਰਿਹਾ ਹੈ। ਦੋਸਤੋ, ਤੁਹਾਨੂੰ ਸਾਡੀ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਕਹਾਣੀ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।